ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 11 ਸਾਲਾਂ ਬਾਅਦ ਜਾ ਕੇ ਲੱਗ ਰਿਹਾ ਹੈ ਕਿ SGPC ਮੈਂਬਰ ਚੁਣਨ ਦਾ ਮੌਕਾ ਸਿੱਖਾਂ ਨੂੰ ਮਿਲਣ ਲੱਗਾ ਹੈ। SGPC ਲਈ ਨਵੀਂ ਟੀਮ ਚੁਣਨ ਦਾ ਮੌਕਾ। ਲੋਕ ਬਾਦਲਾਂ ਤੋਂ ਤੰਗ ਆਏ ਹੋਏ ਸੀ। ਬਾਦਲਾਂ ਨੇ SGPC ਦਾ ਜੋ ਹਸ਼ਰ ਕੀਤਾ ਹੈ ਕਿ ਸਿੱਖ ਸੰਗਤਾਂ ਖੁਦ ਪੰਥਕ ਅਦਾਰਿਆਂ ਦੀ ਕਾਰਗੁਜ਼ਾਰੀ ਤੋਂ ਹੀ ਨਿਰਾਸ਼ ਹੋ ਚੁੱਕੀਆਂ ਹਨ। ਆਲਮ ਇਹ ਹੈ ਕਿ SGPC ਦੀਆਂ ਇਹਨਾਂ ਚੋਣਾਂ ਪ੍ਰਤੀ ਸਿੱਖਾਂ ਵਿੱਚ ਫੈਲੀ ਹੋਈ ਉਦਾਸੀ ਸਾਫ਼ ਦੇਖੀ ਜਾ ਸਕਦੀ ਹੈ। ਹੁਣ ਤੱਕ ਜਿਨ੍ਹਾਂ ਨਾਲ ਵੀ ਮੇਰੀ ਗੱਲਬਾਤ ਹੋਈ ਹੈ, ਸਾਰੀ ਪੁਣ ਛਾਣ ਤੋਂ ਬਾਅਦ ਉਹਨਾਂ ਦੇ ਅੰਦਰ ਦੀ ਉਦਾਸੀਨਤਾ ਹੀ ਰਿਫਲੈਕਟ ਹੋਈ ਹੈ। ਨਾ ਵੋਟਾਂ ਪਾਉਣ ਪ੍ਰਤੀ ਉਤਸ਼ਾਹ ਹੈ, ਨਾ ਹੀ ਚੋਣਾਂ ਤੋਂ ਬਾਅਦ ਕਿਸੇ ਖਾਸ ਬਦਲਾਅ ਦੀ ਉਮੀਦ। ਚਾਹੁੰਦਾ ਤਾਂ ਹਰ ਕੋਈ ਹੈ ਕਿ ਇਹ ਆਖਰੀ ਮੌਕਾ ਹੈ SGPC ਵਰਗੇ ਮੁੱਖ ਪੰਥਕ ਅਦਾਰੇ 'ਚੋਂ ਬਾਦਲਾਂ ਵਾਲੀ ਸੋਚ ਨੂੰ ਲਾਮੇ ਕੀਤਾ ਜਾਵੇ। ਵੱਧ ਤੋਂ ਵੱਧ ਪੰਥਕ ਹਿੱਤ ਵਿੱਚ ਵੋਟਾਂ ਪੈਣ। ਸਿਰਫ ਪੰਥ ਖਾਲਸਾ ਨਾਲ ਪਰਨਾਏ ਹੋਏ ਬੰਦੇ ਹੀ SGPC ਦੇ ਮੈਂਬਰ ਬਣਨ, ਤਾਂ ਜੋ ਗੁਰੂ ਘਰ ਦੀ ਸੇਵਾ ਸੰਭਾਲ ਸਹੀ ਮਾਇਨੇ ਵਿੱਚ ਪੰਥ ਦੇ ਹੱਥ ਆਵੇ। ਪੰਥਕ ਅਦਾਰਿਆਂ ਵਿੱਚੋਂ ਚਾਪਲੂਸੀ, ਚੁਗਲਖੋਰੀ ਅਤੇ ਲੋਭ ਦੀ ਸਿਆਸਤ ਦਾ ਖਾਤਮਾ ਹੋਵੇ। ਗੁਰਮਤਿ ਮਰਿਆਦਾ ਬਹਾਲ ਹੋਵੇ ਅਤੇ ਸਿੱਖੀ ਸਿਧਾਂਤਾਂ 'ਤੇ ਪਹਿਰਾ ਪ੍ਰਬਲ ਹੋਵੇ। ਪਰ ਇਹ ਇਨੀਸ਼ੀਏਟਿਵ ਕੌਣ ਲੈ ਰਿਹਾ ਹੈ, ਕਿਸ ਤਰ੍ਹਾਂ ਲੈ ਰਿਹਾ ਹੈ ਅਤੇ ਕਿੰਨੀ ਇਮਾਨਦਾਰੀ ਨਾਲ ਲੈ ਰਿਹਾ ਹੈ, ਇਹ ਕਾਫੀ ਚਿੰਤਾ ਦਾ ਵਿਸ਼ਾ ਹੈ। ਦੂਜਿਆਂ ਤੋਂ ਸਾਰੇ ਉਮੀਦ ਕਰ ਰਹੇ ਹਨ, ਪਰ ਖੁਦ ਕੀ ਕਰ ਰਹੇ ਹਨ? ਕੋਈ ਵੀ ਇਸ ਆਪਾ ਪੜਚੋਲ ਲਈ ਤਿਆਰ ਨਹੀਂ। ਇਸੇ ਕਰਕੇ ਸੰਗਤਾਂ ਪੰਥਕ ਸਫ਼ਿਆਂ ਦੇ ਉਹਨਾਂ ਕਿਰਦਾਰਾਂ ਤੋਂ ਬਹੁਤ ਨਿਰਾਸ਼ ਹੈ ਜੋ ਵਰ੍ਹਿਆਂ ਤੋਂ SGPC ਦੇ ਨਿਗਾਰ ਨੂੰ ਲੈ ਕੇ ਚਿੰਤਾ ਪ੍ਰਗਟ ਕਰਦੇ ਰਹੇ, SGPC ਦੇ ਗਲਤ ਕੰਮਾਂ ਦੇ ਖਿਲਾਫ ਲੜਦੇ ਵੀ ਰਹੇ, ਸੰਗਤਾਂ ਨੂੰ ਵੀ ਜਾਗਰੂਕ ਕਰਦੇ ਰਹੇ। ਬਹੁਤ ਸਾਰੇ ਕਰਪਸ਼ਨ ਅਤੇ ਬੇਅਦਬੀਆਂ ਦੇ ਕੇਸ ਉਹ ਸਾਹਮਣੇ ਲੈ ਕੇ ਆਏ। ਪਰ ਅੱਜ ਜਦ ਚੋਣਾਂ ਦਾ ਵੇਲਾ ਆਇਆ ਹੈ, ਉਹਨਾਂ ਦੇ ਫੈਸਲੇ ਥਿੜਕੇ ਹੋਏ ਦਿਸਣ ਲੱਗੇ ਹਨ। ਨਾਮ ਲੈਣ ਦੀ ਲੋੜ ਨਹੀਂ। ਸੰਗਤਾਂ ਨੂੰ ਸਭ ਪਤਾ ਹੈ। ਇਹਨਾਂ ਕਿਰਦਾਰਾਂ ਨੂੰ ਵੀ ਪਤਾ ਹੈ ਕਿ ਉਹਨਾਂ ਦੀ ਦਾੜੀ ਵਿੱਚ ਕਿਹੜਾ ਤਿਨਕਾ ਹੈ। ਦੁੱਖ ਵੀ ਇਹੀ ਹੈ, ਜੋ ਬੁਰਾਈ ਸਾਨੂੰ ਦੂਜਿਆਂ ਵਿੱਚ ਦਿਖਦੀ ਹੈ, ਆਪਣੇ ਆਪ ਵਿੱਚ ਕਿਉਂ ਨਹੀਂ ਦਿਸਦੀ? ਦਿਸਦੀ ਵੀ ਹੈ ਤਾਂ ਛੱਡੀ ਕਿਉਂ ਨਹੀਂ ਜਾਂਦੀ? ਜੋ ਪੰਥਕ ਹਿੱਤਾਂ ਖਾਤਰ ਆਪਣੀ ਵਿਅਕਤੀਗਤ ਪਸੰਦ ਨਾਪਸੰਦ ਨੂੰ ਹੀ ਨਹੀਂ ਕੁਰਬਾਨ ਕਰ ਸਕਦੇ, ਉਹ ਪੰਥ ਹਿਤੈਸ਼ੀ ਕਿਵੇਂ ਹੋ ਸਕਦੇ ਹਨ? ਜੇ ਕਾਬਜ਼ ਬਾਦਲ ਆਪਣੀ ਤਾਕਤ ਅਤੇ ਹਉਮੈ ਕਰਕੇ ਪੰਥ ਨੂੰ ਬਰਬਾਦ ਕਰਦਾ ਰਿਹਾ, ਪੰਥਕ ਸਫ਼ਿਆਂ ਵਿੱਚ ਏਕਤਾ ਨਾ ਕਰਕੇ ਅੱਜ ਅਸੀਂ ਵੀ ਆਪਣੀ ਹਉਮੈ ਨੂੰ ਹੀ ਪੱਠੇ ਪਾ ਰਹੇ ਹਾਂ। ਕੀ ਫਰਕ ਹੈ ਦੋਹਾਂ ਵਿੱਚ? ਪੰਥ ਦੀਆਂ ਵੋਟਾਂ ਵੰਡ ਕੇ ਸਿੱਖ ਵਿਰੋਧੀ ਤਾਕਤਾਂ ਨੂੰ ਮੁੜ ਕਾਬਜ਼ ਹੋਣ ਦੇਣ ਦੇ ਰਾਹ ਪੱਧਰੇ ਕਰਨੇ ਕਿਹੜੀ ਪੰਥ ਪ੍ਰਸਤੀ ਹੈ? ਜੇ ਨੁਕਸਾਨ ਕਾਬਜ਼ ਧਿਰ ਨੇ ਕੀਤਾ ਹੈ, ਨੁਕਸਾਨ ਤਾਂ ਅਸੀਂ ਵੀ ਕਰ ਰਹੇ ਹਾਂ ਨਾ। ਜੇ ਗੱਦਾਰ ਕਾਬਜ਼ ਧਿਰ ਹੈ ਤਾਂ ਸਾਡਾ ਰੋਲ ਵੀ ਕਿਸੇ ਗੱਦਾਰ ਨਾਲੋਂ ਘੱਟ ਨਹੀਂ। ਭੁਲੇਖੇ ਵਿੱਚ ਨਾ ਰਹੀਏ ਕਿ ਪੰਥ ਨੂੰ ਸਾਡੀ ਦੇਣ ਹੈ, ਅਸੀਂ ਜੋ ਮਰਜ਼ੀ ਕਰੀਏ। ਜੇ ਪੰਥ ਸਿਰ ਅੱਖਾਂ 'ਤੇ ਬਿਠਾ ਸਕਦਾ ਹੈ ਤਾਂ ਕੱਖਾਂ ਵਿੱਚ ਰੋਲ ਵੀ ਸਕਦਾ ਹੈ। ਹਲੇ ਵੀ ਵਕਤ ਹੈ, ਸਮਾਂ ਸਾਂਭ ਲਈਏ। ਇਹ ਗੱਲਾਂ ਮੈਂ ਕਿਉਂ ਕਰ ਰਿਹਾ ਹਾਂ? ਕਿਉਂਕਿ SGPC ਦੀ ਇਹਨਾਂ ਚੋਣਾਂ ਨੂੰ ਲੈ ਕੇ ਪਹਿਲਾਂ ਹੀ ਬਹੁਤ ਸਾਰੇ ਚੈਲੰਜਸ ਹਨ ਜੋ ਪਹਾੜ ਬਣ ਕੇ ਕੌਮ ਦੇ ਭਵਿੱਖ ਦੇ ਸਾਹਮਣੇ ਖੜ੍ਹੇ ਹਨ। ਉਹਨਾਂ ਚੈਲੰਜਸ ਦਾ ਇਸ਼ਾਰੇ ਮਾਤਰ ਜ਼ਿਕਰ ਮੈਂ ਇਸ ਵੀਡੀਓ ਵਿੱਚ ਕਰਾਂਗਾ, ਇਸ ਉਮੀਦ ਨਾਲ ਕਿ ਪੰਥਕ ਧਿਰਾਂ ਇਸ 'ਤੇ ਗੌਰ ਕਰਨਗੀਆਂ ਅਤੇ ਸਮੇਂ ਰਹਿੰਦੇ ਇਸ ਦਾ ਹੱਲ ਕੱਢਣਗੀਆਂ, ਨੁਕਸਾਨ ਨੂੰ ਘਟਾਉਣ ਲਈ ਯਤਨਸ਼ੀਲ ਹੋਣਗੀਆਂ। ਮੌਜੂਦਾ SGPC ਚੋਣਾਂ ਨੂੰ ਲੈ ਕੇ ਸਭ ਤੋਂ ਜ਼ਿਆਦਾ ਗੰਭੀਰ ਚੈਲੰਜਸ ਜੋ ਸਾਡੇ ਸਾਹਮਣੇ ਹੈ, ਉਹ ਹੈ ਵੋਟਾਂ ਦੀ ਰਜਿਸਟ੍ਰੇਸ਼ਨ ਦਾ। ਇਹ ਚੈਲੰਜ ਇੰਨਾ ਹੋਣਾ ਨਹੀਂ ਸੀ ਜਿੰਨਾ ਬਣਾ ਦਿੱਤਾ ਗਿਆ ਹੈ। ਕਿਉਂ ਬਣਾਇਆ ਗਿਆ? ਕਿਸੇ ਨੀਤੀ ਦਾ ਹਿੱਸਾ ਹੈ? ਇਹ ਸਮਝਣ ਦੀ ਲੋੜ ਹੈ। SGPC ਲਈ ਵੋਟਾਂ ਦੀ ਫਰੈਸ਼ ਰਜਿਸਟ੍ਰੇਸ਼ਨ ਦੀ ਲੋੜ ਤਾਂ ਪਈ, ਇੱਕ ਤਾਂ ਕਾਫੀ ਸਮੇਂ ਬਾਅਦ ਵੋਟਾਂ ਪੈ ਰਹੀਆਂ ਹਨ, ਇਸ ਕਰਕੇ ਵੋਟਰਾਂ ਦੀ ਛਟਾਈ ਅਤੇ ਨਵੀਆਂ ਵੋਟਾਂ ਬਣਨੀਆਂ ਹੀ ਸਨ। ਦੂਸਰਾ, ਨਵੇਂ ਸੁਧਾਰਾਂ ਮੁਤਾਬਕ
ਸਹਿਜਧਾਰੀ ਨੂੰ ਨਹੀਂ, ਸਿਰਫ ਕੇਸਾਧਾਰੀ ਸਿੱਖ ਨੂੰ ਹੀ ਸਿੱਖ ਸੰਸਥਾ ਲਈ ਵੋਟ ਪਾਉਣ ਦਾ ਹੱਕ ਹੈ। ਇਸ ਲਈ ਕੇਸਾਧਾਰੀ ਸਿੱਖਾਂ ਦੀ ਵੋਟ ਨਵੇਂ ਸਿਰਿਓਂ ਬਣਾਉਣੀ ਲਾਜ਼ਮੀ ਹੈ। ਉਸ ਦੇ ਲਈ ਹਰ ਸਿੱਖ ਤੋਂ ਹਲਫਨਾਮਾ ਵੀ ਜ਼ਰੂਰੀ ਹੈ ਕਿ ਉਹ ਸਿੱਖੀ ਦੀਆਂ ਸ਼ਰਤਾਂ ਨੂੰ ਮੰਨਦਾ ਹੈ। ਇੱਥੋਂ ਤੱਕ ਤਾਂ ਗੱਲ ਠੀਕ ਹੈ, ਪਰ ਸਮੱਸਿਆ ਸ਼ੁਰੂ ਹੁੰਦੀ ਹੈ ਵੋਟਾਂ ਬਣਾਉਣ ਦੇ ਕੰਮਕਾਜ ਨੂੰ ਲੈ ਕੇ। ਉਹ ਇਹ ਕਿ ਇਸ ਰਜਿਸਟ੍ਰੇਸ਼ਨ ਲਈ ਸਮਾਂ ਬਹੁਤ ਘੱਟ ਦਿੱਤਾ ਗਿਆ ਹੈ। ਦੂਜਾ, ਰਜਿਸਟ੍ਰੇਸ਼ਨ ਨੂੰ ਆਨਲਾਈਨ ਵੀ ਨਹੀਂ ਰੱਖਿਆ ਗਿਆ। ਇਸ ਦੇ ਪ੍ਰਭਾਵ ਕੀ ਹੋਣਗੇ? ਬਿਲਕੁਲ ਸਾਫ਼ ਹੈ, ਇੰਨੇ ਘੱਟ ਸਮੇਂ ਵਿੱਚ ਸਾਰੇ ਸਿੱਖ ਵੋਟਰ ਆਪਣੀਆਂ ਵੋਟਾਂ ਨਹੀਂ ਬਣਵਾ ਸਕਣਗੇ। ਸੰਗਤਾਂ ਨੂੰ ਮੌਜੂਦਾ ਆਨਲਾਈਨ ਸੁਵਿਧਾ ਤੋਂ ਵਾਂਝਾ ਰੱਖ ਕੇ ਵੀ ਕੰਮਾਂ ਕਾਜਾਂ ਵਿੱਚ ਬਿਜ਼ੀ ਸਿੱਖਾਂ ਨੂੰ ਵੋਟਾਂ ਤੋਂ ਦੂਰ ਰੱਖ ਦਿੱਤਾ ਗਿਆ ਹੈ। ਇਸ ਦਾ ਫਾਇਦਾ ਕਿਸ ਨੂੰ ਹੋਵੇਗਾ, ਇਸ ਦਾ ਨੁਕਸਾਨ ਕੀ ਹੋਵੇਗਾ, ਇਹ ਵਿਚਾਰਨ ਵਾਲੀ ਗੱਲ ਹੈ। ਗੱਲ ਨੂੰ ਸਮਝੋ। ਘੱਟ ਵੋਟਾਂ ਦਾ ਮਤਲਬ ਨਤੀਜੇ ਨੂੰ ਮੈਨੇਜ ਕਰਨਾ ਆਸਾਨ। ਘੱਟ ਵੋਟਾਂ ਦਾ ਮਤਲਬ ਸਰਕਾਰ ਨੂੰ ਬਹਾਨਾ ਮਿਲ ਜਾਵੇਗਾ ਕਿ ਇੰਨੀ ਘੱਟ ਸਿੱਖ ਆਬਾਦੀ ਲਈ ਇੰਨੀ ਵੱਡੀ ਚੋਣ ਪ੍ਰਕਿਰਿਆ ਦੀ ਕੀ ਲੋੜ ਹੈ। ਕਿਉਂ ਨਾ SGPC ਐਕਟ 1925 ਨੂੰ ਡਾਇਲੂਟ ਕਰਕੇ ਬੋਰਡ ਹੀ ਬਣਾ ਦਿੱਤਾ ਜਾਵੇ, ਜਿਵੇਂ ਹਜ਼ੂਰ ਸਾਹਿਬ, ਪਟਨਾ ਸਾਹਿਬ ਬੋਰਡ ਹਨ। ਕੀ ਅਜਿਹੇ ਦਿਨ ਦੇਖਣ ਲਈ ਸਿੱਖ ਤਿਆਰ ਹਨ? ਇਸ ਲਈ ਵੱਧ ਤੋਂ ਵੱਧ ਸਿੱਖ ਵੋਟਾਂ ਬਣਨ। ਸਿੱਖਾਂ ਸਾਹਮਣੇ ਇਹ ਸਭ ਤੋਂ ਵੱਡਾ ਚੈਲੰਜ ਹੈ ਅੱਜ ਦਾ। ਇਹ ਵੀ ਖਬਰਾਂ ਮਿਲੀਆਂ ਹਨ ਕਿ ਬਾਦਲ ਦਲ ਆਪਣੇ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਆਪ ਜਾ ਕੇ ਵੋਟਾਂ ਦੀ ਰਜਿਸਟ੍ਰੇਸ਼ਨ ਕਰਵਾ ਰਹੇ ਹਨ। RSS ਦੀ ਸਿੱਖ ਟੀਮ ਵੀ ਇਸ ਮੁਹਿੰਮ ਵਿੱਚ ਆਪਣੇ ਸਮਰਥਕ ਵੋਟਰ ਬਣਵਾ ਰਹੀ ਹੈ। ਇਸ ਦੇ ਵਿੱਚ ਜੇਕਰ ਸੁਹਿਰਦ ਪੰਥਕ ਵੋਟਾਂ ਬਣਨੋਂ ਰਹਿ ਜਾਣਗੀਆਂ ਜਾਂ ਬਹੁਤ ਘੱਟ ਬਣਨਗੀਆਂ ਤਾਂ ਦੋਸ਼ ਕਿਸ ਦਾ ਹੈ? ਫਿਰ ਇਸ ਸਭ ਦੇ ਨਤੀਜੇ ਜੋ ਨਿਕਲਣਗੇ ਉਸ ਦੇ ਲਈ ਜ਼ਿੰਮੇਵਾਰ ਕੌਣ ਹੋਵੇਗਾ? ਇਸ ਲਈ ਇਹ ਦੂਜਾ ਮੁੱਖ ਚੈਲੰਜ ਹੈ। ਚੋਣ ਮੈਦਾਨ ਵਿੱਚ ਸਾਡੀ ਵਿਉਂਤਬੰਦੀ ਕੀ ਹੈ? ਸਾਡੀ ਚੋਣ ਸਟ੍ਰੈਟਜੀ ਕੀ ਹੈ? ਕੀ ਅਸੀਂ ਉਸ ਸਾਰੇ ਤਰੀਕੇ ਇਮਾਨਦਾਰੀ ਨਾਲ ਇਸਤੇਮਾਲ ਕਰ ਰਹੇ ਹਾਂ ਤਾਂ ਜੋ SGPC ਪੰਥ ਦੇ ਹੱਥ ਆ ਜਾਵੇ, ਜਾਂ ਉਹੀ ਪਿਛਲੀਆਂ ਮੂਰਖਤਾਵਾਂ ਦੁਹਰਾ ਰਹੇ ਹਾਂ ਕਿ ਫਿਰ ਉਹੀ ਬਾਦਲ ਕੇ ਜਾਂ ਕਿਸੇ ਹੋਰ ਚਿਹਰੇ ਵਿੱਚ ਉਸੇ ਸੋਚ ਵਾਲੇ ਮੁੜ SGPC ਤੇ ਕਾਬਜ਼ ਹੋ ਜਾਣ? ਢੀਂਡਸਾ ਗਰੁੱਪ ਜਾਂ ਬੀਬੀ ਜਾਗੀਰ ਕੌਰ ਜਾਂ ਇਸ ਤਰ੍ਹਾਂ ਦੇ ਹੋਰ, ਇਹ ਕੋਈ ਹੋਰ ਨਹੀਂ, ਬਾਦਲ ਕੇ ਤੋਂ ਹੀ ਟੁੱਟੇ ਹੋਏ ਮੌਕਾ ਪ੍ਰਸਤ ਧੜੇ ਹਨ। ਇਹ ਵੀ ਅੰਦਰੋਂ ਅੰਦਰੀ RSS ਲਈ ਹੀ ਕੰਮ ਕਰ ਰਹੇ ਹਨ। ਇਹ ਖਦਸ਼ੇ ਪੰਥਕ ਸਫ਼ਿਆਂ ਵਿੱਚ ਆਮ ਹਨ। ਭਾਈ ਰਣਜੀਤ ਸਿੰਘ ਜੀ, ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ, ਅਤੇ ਭਾਈ ਵਡਾਲਾ ਜੀ ਤੋਂ ਵੀ ਸੰਗਤਾਂ ਨੂੰ ਬਹੁਤ ਉਮੀਦ ਸੀ, ਘੱਟੋ ਘੱਟ ਪੰਥਕ ਧਿਰਾਂ ਨੂੰ ਇੱਕ ਮੰਚ ਤੇ ਲਿਆ ਕੇ ਇਕੱਠਾ ਕਰਨ ਵਿੱਚ। ਪਰ ਇਹਨਾਂ ਦੇ ਆਪਸੀ ਟਕਰਾਓ ਅਤੇ ਪੰਥਕ ਧਿਰਾਂ ਨਾਲ ਤਾਲਮੇਲ ਨੂੰ ਦੇਖ ਕੇ ਸੰਗਤਾਂ ਬਹੁਤ ਹੀ ਨਿਰਾਸ਼ ਹਨ। ਇਹ ਸੱਚ ਹੈ। ਕੋਈ ਨਹੀਂ ਕਹਿੰਦਾ ਕਿ ਤੁਸੀਂ ਆਪਣੇ ਵਖਰੇਵੇਂ ਛੱਡ ਦਿਓ, ਕੋਈ ਨਹੀਂ ਕਹਿੰਦਾ ਤੁਸੀਂ ਆਪਣੇ ਧੜੇ ਜਜ਼ਬ ਕਰ ਦਿਓ। ਜਿਉਂਦੀਆਂ ਸ਼ਖਸੀਅਤਾਂ, ਖਾਸ ਤੌਰ 'ਤੇ ਆਜ਼ਾਦ ਸੋਚ ਰੱਖਣ ਵਾਲਿਆਂ ਵਿੱਚ ਮਤਭੇਦ ਹੁੰਦੇ ਹਨ, ਟਕਰਾਓ ਵੀ ਹੁੰਦੇ ਹਨ, ਪਰ ਇਹ ਸਮਝ ਤਾਂ ਰੱਖੋ ਕਿ ਸਮਾਂ ਕੀ ਹੈ ਤੇ ਪੰਥਕ ਹਿੱਤ ਕਿਸ ਵਿੱਚ ਹਨ। ਜੇ ਐਨ ਮੌਕੇ ਜਦ ਵੋਟਾਂ ਤੋਂ ਹੀ ਪੰਥ ਨੂੰ ਨਵੇਂ ਬਦਲ ਦੀ ਆਸ ਬਣੀ ਹੈ, ਤੁਸੀਂ ਪੰਥਕ ਵੋਟਰਾਂ ਨੂੰ ਨਿਰਾਸ਼ ਕਰੀ ਜਾ ਰਹੇ ਹੋ। ਤੁਸੀਂ ਵੋਟਾਂ ਵੰਡ ਕੇ ਪੰਥਕ ਉਮੀਦਵਾਰਾਂ ਦਾ ਜਿੱਤਣਾ ਮੁਸ਼ਕਿਲ ਬਣਾ ਰਹੇ ਹੋ, ਤਾਂ ਸੰਗਤਾਂ ਤਾਂ ਇਹ ਪੁੱਛਣਗੀਆਂ ਹੀ ਨਾ, ਸ਼ਾਬਾਸ਼ ਹੈ ਤੁਹਾਨੂੰ, ਭਲਾ ਦੱਸੋ ਤਾਂ ਸਹੀ ਤੁਸੀਂ ਕਿਹਦੇ ਲਈ ਕੰਮ ਕਰ ਰਹੇ ਹੋ? ਕੀ ਸੀਟਾਂ ਦਾ ਤਾਲਮੇਲ ਕਰਕੇ ਸਾਰੀਆਂ ਸੀਟਾਂ ਤੇ ਪੰਥਕ ਉਮੀਦਵਾਰਾਂ ਨੂੰ ਜਿਤਾਉਣਾ ਤੁਹਾਡਾ ਪੰਥਕ ਫਰਜ਼ ਨਹੀਂ? ਇਸ ਦੇ ਬਾਅਦ ਹੈ ਤੀਜਾ ਚੈਲੰਜ। ਚੋਣਾਂ ਦੇ ਨਤੀਜਿਆਂ ਮਗਰੋਂ ਜੇ SGPC ਪੰਥ ਦੇ ਹੱਥ ਵਿੱਚ ਆ ਜਾਂਦੀ ਹੈ ਤਾਂ ਕਿਵੇਂ ਨਿਭਾਉਣਗੇ ਪੰਥਕ ਜ਼ਿੰਮੇਵਾਰੀ? ਜੇ ਨਹੀਂ ਆਉਂਦੇ ਤਾਂ ਕੀ ਕਰਨਗੇ? ਦੋਵੇਂ ਸੂਰਤਾਂ ਵਿੱਚ ਜੋ ਕੁਝ ਹੋਣਾ ਚਾਹੀਦਾ ਹੈ SGPC ਵਰਗੀ ਸੰਸਥਾ ਦੀ ਓਵਰਹਾਲਿੰਗ, ਉਸ ਦੇ ਲਈ ਕੁਝ ਨੁਕਤੇ ਮੈਂ ਸਾਹਮਣੇ ਰੱਖ ਰਿਹਾ ਹਾਂ। ਹਨ ਤਾਂ ਇਹ ਇਸ਼ਾਰੇ ਮਾਤਰ, ਪਰ ਲੋੜ ਹੈ ਇਹਨਾਂ ਤੇ ਅਮਲ ਕਰਨ ਦੀ। ਜੇ ਸੇਵਾ ਪੰਥਕ ਧਿਰਾਂ ਦੇ ਹੱਥ ਆਉਂਦੀ ਹੈ ਤਾਂ ਫੌਰੀ ਤੌਰ ਤੇ ਜੋ ਏਜੰਡਾ ਹੋਣਾ ਚਾਹੀਦਾ ਹੈ, ਜੇ ਨਹੀਂ ਆਉਂਦੀ ਤਾਂ ਵੀ ਇਸ ਦਿਸ਼ਾ ਵੱਲ ਖਾਸ ਉਦਮ ਕਰਨ ਦੀ ਲੋੜ ਹੈ।
ਉਹ ਇਹ SGPC ਦੇ ਸਾਰੇ ਵਿੰਗਸ ਦਾ ਹਰ ਖੇਤਰ ਦਾ ਬੀਤੇ 10 ਸਾਲਾਂ ਦਾ ਉੱਚ ਪੱਧਰੀ ਥਰਡ ਪਾਰਟੀ ਆਡਿਟ ਕਰਾਇਆ ਜਾਵੇ। ਉਣਤਾਈ ਲਈ ਜ਼ਿੰਮੇਵਾਰ ਸਿਸਟਮ ਅਤੇ ਵਿਅਕਤੀ ਦੀ ਨਿਸ਼ਾਨਦੇਹੀ ਕੀਤੀ ਜਾਵੇ। ਇਹ ਰਿਪੋਰਟ ਸੰਗਤਾਂ ਲਈ ਪਬਲਿਕ ਵੀ ਕੀਤੀ ਜਾਵੇ। ਉਸ ਵਿੱਚ ਸੁਧਾਰ ਲਈ ਸੰਗਤਾਂ ਤੋਂ ਸੁਝਾਅ ਲਏ ਜਾਣ ਅਤੇ ਇਸ ਆਧਾਰ ਤੇ ਕੰਮਕਾਜ ਦੇ ਢੰਗ ਤਰੀਕੇ ਵਿੱਚ ਸੁਧਾਰ ਕੀਤਾ ਜਾਵੇ। ਕੰਮਕਾਜ ਵਿੱਚ ਪੂਰੀ ਤਰ੍ਹਾਂ ਤੇ ਪਾਰਦਰਸ਼ਤਾ ਟਰਾਂਸਪੇਰੈਂਸੀ ਲਿਆਂਦੀ ਜਾਵੇ। ਬੀਤੇ ਕੁਝ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਅਗਨ ਭੇਟ ਹੋਣ ਦੀ ਕੋਤਾਹੀ ਦੀਆਂ ਘਟਨਾਵਾਂ, ਗਾਇਬ ਹੋਏ ਸਰੂਪਾਂ ਵਾਲੇ ਕੇਸ ਅਤੇ ਭ੍ਰਸ਼ਟਾਚਾਰ ਦੇ ਦੋਸ਼ਾਂ ਦੀ ਦੁਬਾਰਾ ਜਾਂਚ ਕਰਾਈ ਜਾਵੇ। ਦੋਸ਼ੀਆਂ ਨੂੰ ਪੰਥਕ ਕਚਹਿਰੀ ਵਿੱਚ ਖੜਾ ਕੀਤਾ ਜਾਵੇ। SGPC ਦੇ ਧਰਮ ਪ੍ਰਚਾਰ ਲਿਟਰੇਚਰ ਦਾ ਪੁਨਰ ਮੁਲਾਂਕਣ ਕਰਕੇ ਸਿਧਾਂਤਕ ਰਲਗੜ ਨੂੰ ਸਾਹਮਣੇ ਲਿਆਂਦਾ ਜਾਵੇ ਅਤੇ ਸੁਧਾਰਿਆ ਜਾਵੇ। SGPC ਦੇ ਵਿਦਿਅਕ ਅਦਾਰਿਆਂ ਦੀ ਕਾਰਗੁਜ਼ਾਰੀ ਵਿੱਚ ਖਾਸ ਪੰਥਕ ਅਤੇ ਪ੍ਰੋਫੈਸ਼ਨਲ ਪੱਧਰ ਤੇ ਸੁਧਾਰ ਕੀਤਾ ਜਾਵੇ। ਸਿੱਖ ਮਸਲਿਆਂ ਤੇ SGPC ਦੀ ਸਪਸ਼ਟ ਰਾਏ ਅਤੇ ਭੂਮਿਕਾ ਨੂੰ ਸਿੱਖ ਪੱਖੀ ਕੇਂਦਰਿਤ ਕੀਤਾ ਜਾਵੇ। ਸ਼੍ਰੀ ਅਕਾਲ ਤਖਤ ਸਾਹਿਬ ਦੀ ਖੁਦਮੁਖਤਿਆਰੀ ਅਟਾਨਮੀ ਲਈ ਖਾਸ ਉਪਰਾਲੇ ਦੀ ਲੋੜ ਹੈ ਤਾਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਸਹੀ ਮਾਇਨੇ ਵਿੱਚ ਸਮੁੱਚੇ ਸੰਸਾਰ ਵਿੱਚ ਵਸਦੇ ਹੋਏ ਸਿੱਖਾਂ ਦੀ ਸਿਰਮੌਰ ਸੰਸਥਾ ਬਣ ਸਕੇ, ਉਹਨਾਂ ਦੀ ਰਹਿਨੁਮਾਈ ਕਰ ਸਕੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਦੋ ਜਥੇਦਾਰ ਹੋਣ, ਧੜੇਬੰਦੀ ਬਣ ਕੇ ਰਹਿ ਜਾਏ, ਸੰਗਤ ਹਮੇਸ਼ਾ ਸ਼ਸ਼ੋ ਪੰਜ ਵਿੱਚ ਹੀ ਰਹੇ। ਐਸੀ ਹਾਸੋਹੀਣੀ ਸਥਿਤੀ ਦੁਬਾਰਾ ਨਾ ਆਵੇ, ਅਜਿਹੀ ਵਿਵਸਥਾ ਦੀ ਲੋੜ ਹੈ ਜਿਸ ਦੀ ਜ਼ਿੰਮੇਵਾਰੀ ਅੱਜ ਦੇ ਪੰਥ ਦੀ ਹੈ। SGPC ਦਾ ਦਿੱਲੀ ਗੁਰਦੁਆਰਾ ਕਮੇਟੀ, ਹਜ਼ੂਰ ਸਾਹਿਬ ਜਾਂ ਪਟਨਾ ਸਾਹਿਬ ਹੀ ਨਹੀਂ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਸਾਰ ਦੀਆਂ ਹੋਰ ਪੰਥਕ ਸੰਸਥਾਵਾਂ ਨਾਲ ਹਾਂ ਪੱਖੀ ਤਾਲਮੇਲ ਵਧਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇ। ਇਹ ਹਨ ਕੁਝ ਨੁਕਤੇ ਜਿਨ੍ਹਾਂ ਬਾਰੇ ਮੈਂ ਆਪਣੀ ਰਾਏ ਰੱਖੀ ਹੈ। ਤੁਸੀਂ ਕੀ ਸੋਚਦੇ ਹੋ? ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਅਤੇ ਦਬਾਅ ਬਣਾਓ ਕਿ ਜਿਨ੍ਹਾਂ ਨੂੰ ਅਸੀਂ ਪੰਥਕ ਆਗੂ ਸਮਝਦੇ ਹਾਂ ਉਹ ਪੰਥਕ ਉਮੀਦਾਂ ਤੇ ਖਰੇ ਉਤਰ ਸਕਣ। ਇਸੇ ਆਸ ਅਤੇ ਅਰਦਾਸ ਨਾਲ ਦਿਓ ਇਜਾਜ਼ਤ ਆਪਣੇ ਭੁਪਿੰਦਰ ਸਿੰਘ ਭਾਈ ਖੇਲ ਨੂੰ। ਖੁਸ਼ ਰਹੋ, ਆਬਾਦ ਰਹੋ, ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।